ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸੁਧ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦ ਆਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਆ ਤੇ ਦੋਹਰਾ तीनों काल सो अचल रहै, अलंब सकल जग जाल। जाल काल लख मुचत, जिस करता पुरख अकाल।
तीनों काल सो अचल रहै, अलंब सकल जग जाल, जाल काल लख मुचत, जिस करता पुरख अकाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਦਇਆ ਦੇ ਸਮੁੰਦਰ, ਮਿਹਰਾਮਤਾਂ ਦਾ ਸਾਗਰ, 10 ਪਾਤਸ਼ਾਹੀਆਂ ਜੀ ਕੇ ਪਾਵਨ ਪਵਿੱਤਰ ਸਵਰੂਪ, ਕਰੁਣਾ ਨਿਧਾਨ ਧੰਨ 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 ਸਾਹਿਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਅੰਤਰਜਾਮੀ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦਿਦਾਰੇ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪਾਂ ਸਭ ਵਡਭਾਗੇ ਹਾਂ ਜਿਨ੍ਹਾਂ ਨੂੰ ਸੱਜ ਰਹੇ ਸਤਿਗੁਰਾਂ ਦੇ ਸੰਧਿਆ ਦੇ ਦੀਵਾਨ ਅੰਦਰ ਸਤ ਸੰਗਤ ਦੀਆਂ ਪਾਵਨ ਪਵਿੱਤਰ ਕੜੀਆਂ ਮਾਨਣੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਸਾਧੂ ਸੰਗ ਮੁਖ ਜੁਰੇ, खुश बवद उम्र के दरियाद बेगुजरद, वर्ण है चिहास लस्त अजी गुंबदे कबूद मरा, उम्र सोई विच लेखे जो याद साईं दी गुजरे पैंदी मुजरे। ਵੱਡੇ ਭਾਗਾਂ ਦੇ ਸਦਕਾ ਇਹ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਮਾਨਣੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਸ ਪ੍ਰਕਾਰ ਪਿੱਛੇ ਆਪਾਂ ਸਭ ਸੰਗਤਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਜੀਵਨ ਗਾਥਾ ਸਰਵਣ ਕੀਤੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਦਇਆ ਨੇਤ ਦੇ ਸਦਕਾ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਕਰੀਬ ਕਰੀਬ 1 ਸਾਲ ਦੇ ਅੰਦਰ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਸੰਪੂਰਨ ਕਰਵਾਇਆ। ਆਪਾਂ ਸਭ ਸੰਗਤਾਂ ਰਲ ਮਿਲ ਕਰਕੇ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਚੌਜੀ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਜਸ ਕੀਰਤੀ ਵਡਿਆਈ ਸਰਵਣ ਕੀਤੀ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦੀ ਕ੍ਰਿਤ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਜੋ ਪਿੱਛੇ ਸੰਪੂਰਨਤਾ ਹੋਈ ਹੈ। ਅੱਜ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਦਇਆ ਹੋਈ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਮਿਹਰਾਮਤ ਸਦਕਾ ਆਪਾਂ ਸਭ ਰਲ ਮਿਲ ਕਰਕੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਗਾਥਾ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਵਾਸਤੇ ਇਕੱਤਰ ਹੋਏ ਹਾਂ। ਗਰੀਬ ਨਵਾਜ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਜੁੜ ਕਰਕੇ ਆਪ ਸਭ ਸੰਗਤਾਂ ਰਲ ਮਿਲ ਕਰਕੇ ਅਰਦਾਸ ਬੇਨਤੀ ਕੀਤੀ ਹੈ। ਹੇ ਸੱਚੇ ਪਾਤਸ਼ਾਹ, ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਗੁਰੂ ਗਰੀਬ ਨਵਾਜ ਆਪ ਜੀ ਦਾ ਹੀ ਇਹ आप जी की सिफती है, आप जी की शलाघा है। तो गुरु गरीब नवाज अपना कारज आप ही सच्चे पातशाह जी संपन्न करवाउण। ये जो कथा अज प्रारंभ हो रही है, सतगुरु जी निर्विघ्नता सहित इस कथा नूं संपन्न संपूर्ण करवाउण गुरु गरीब नवाज। तो जिस प्रकार खालसा जी कवि राज कवि संतोख सिंह साहब जियां ने नानक प्रकाश ग्रंथ लिखना कीता, जद ये श्री नानक प्रकाश ग्रंथ संपूर्ण होया, सिख पंथ अंदर ऐसा ग्रंथ होया जो कवि राज दे लिखदियां लिखदियां ही जिस दे उलत्थे होण लगे
ਪਹਿਲਾ ਐਸਾ ਗ੍ਰੰਥ ਸੀ ਜਿਹੜਾ ਲਿਖਣ ਤੋਂ ਪਹਿਲਾਂ, ਸੰਪੂਰਨ ਹੋਣ ਤੋਂ ਪਹਿਲਾਂ ਹੀ, ਜਿਸ ਦੀ ਕਥਾ ਖਾਲਸਾ ਜੀ ਇਤਿਹਾਸਕ ਗੁਰਧਾਮਾਂ ਗੁਰੂ ਘਰਾਂ ਅੰਦਰ ਹੋਣ ਲੱਗੀ। ਇੱਧਰ ਕਵੀ ਸੰਤੋਖ ਸਿੰਘ ਜੀ ਪਹਿਲਾਂ ਚਾਹੇ ਪਟਿਆਲਾ ਰਿਆਸਤ ਦੇ ਮਹਾਰਾਜਾ ਬਾਬਾ ਆਲਾ ਸਿੰਘ ਦੇ ਪਾਸ ਰਹਿੰਦੇ ਰਹੇ। ਕੈਂਥਲ ਦਾ ਰਾਜਾ ਜਿਸ ਪ੍ਰਕਾਰ ਪਹਿਲਾਂ ਵੀ ਨਾਨਕ ਪ੍ਰਕਾਸ਼ ਦੀ ਉਥਾਨਕਾ ਤੇ ਆਪ ਜੀਆਂ ਸਰਵਣ ਕੀਤਾ, ਪਟਿਆਲੇ ਵਾਲੀ ਰਿਆਸਤ ਤੋਂ ਕੈਂਥਲ ਦੇ ਰਾਜੇ ਉਦੈ ਸਿੰਘ ਨੇ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਸ਼੍ਰੇਸ਼ਟ ਕਵੀ ਜਾਣ ਕਰਕੇ ਅੰਮ੍ਰਿਤ ਰਸ ਵਿਦਵਾਨ ਕੋ ਜਾਣੈ ਇੱਕ ਵਿਦਵਾਨ। ਰਾਜਾ ਉਦੈ ਸਿੰਘ ਵੀ ਖਾਲਸਾ ਜੀ ਬੜਾ ਵੱਡਾ ਵਿਦਵਾਨ ਅਤੇ ਵਿਦਵਾਨਾਂ ਦੀ ਪਰਖ ਰੱਖਣ ਵਾਲਾ ਗੁਰਮੁਖ ਰਾਜਾ ਸੀ। ਮਨ ਵਿੱਚ ਇੱਛਾ ਬਣੀ ਕਿ ਰਾਜ ਭਾਗ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਬਖਸ਼ਿਸ਼ ਕੀਤਾ ਹੈ, ਕਿਉਂ ਨਾ ਕਿਸੇ ਤਰ੍ਹਾਂ ਕਿਸੇ ਕਵੀ ਪਾਸੋਂ ਪਾਤਸ਼ਾਹ ਦਾ ਇਤਿਹਾਸ ਲਿਖਵਾਇਆ ਜਾਏ। ਇਧਰ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦੇ ਨਾਲ ਜਦੇ ਮੇਲ ਹੋਇਆ ਤੋ ਪਟਿਆਲੇ ਵਾਲੀ ਰਿਆਸਤ ਤੋਂ ਬੜੇ ਮਾਣ ਸਤਿਕਾਰ ਦੇ ਨਾਲ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਮਹਾਰਾਣਾ ਉਦੈ ਸਿੰਘ ਖਾਲਸਾ ਜੀ ਕੈਂਥਲ ਆਪਣੀ ਰਿਆਸਤ ਵਿੱਚ ਲੈ ਕੇ ਗਏ, ਕਿਉਂਕਿ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਖਾਲਸਾ ਜੀ ਜੇ ਕੋਈ ਐਸਾ ਮਾਹੌਲ ਮੌਜੂਦ ਕਰਕੇ ਦੇਵੇ, ਕੁਝ ਮਰਜ਼ੀ ਲਿਖਵਾ ਲਵੇ, ਇਹ ਗੱਲ ਰਾਜਾ ਉਦੈ ਸਿੰਘ ਭਲੀ ਪ੍ਰਕਾਰ ਜਾਣਦੇ ਸਨ ਕਿ ਕਵੀ ਸੰਤੋਖ ਸਿੰਘ ਸਾਹਿਬ ਜੀ ਐਸੇ ਮਹਾਨ ਕਵੀ ਹੈ, ਜੇਕਰ ਇਹਨਾਂ ਨੂੰ ਪੂਰੀ ਸਹੂਲਤ ਦਿੱਤੀ ਜਾਵੇ ਤੇ ਜਿੱਡਾ ਮਰਜ਼ੀ ਵੱਡਾ ਇਤਿਹਾਸ ਇਹਨਾਂ ਪਾਸੋਂ ਲਿਖਵਾ ਲਈਏ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਰਾਜਾ ਉਦੈ ਸਿੰਘ ਵੱਲੋਂ ਖਾਲਸਾ ਜੀ ਸਾਰੀਆਂ ਸਹੂਲਤਾਂ ਦੇਣੀਆਂ, ਇਹ ਰਾਜਾ ਉਦੈ ਸਿੰਘ ਦੇ ਖਾਲਸਾ ਜੀ ਗੁਰਸਿੱਖੀ ਦੀ ਪਰਪੱਕਤਾ ਨੂੰ ਸਾਫ਼ ਦਰਸਾਉਂਦਾ ਹੈ। ਫਿਰ ਇਸੇ ਪ੍ਰਕਾਰ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਖਾਲਸਾ ਜੀ ਜਪਜੀ ਸਾਹਿਬ ਦਾ ਗਰਭਗੰਜਨੀ ਟੀਕਾ ਲਿਖਣਾ। ਕਿਸੇ ਬ੍ਰਾਹਮਣ ਪੰਡਤ ਨੇ ਸ਼ੰਕਾ ਜ਼ਾਹਰ ਕੀਤਾ ਕਿ ਜਪਜੀ ਸਾਹਿਬ ਦੀ ਬਾਣੀ ਅੰਦਰ ਨਾ ਕਿ ਕੋਈ ਅਲੰਕਾਰ ਹੈ, ਨਾ ਕੋਈ ਮਾਣ ਮਰਿਆਦਾ ਦਾ ਖਿਆਲ ਕਾਵ ਰਚਨਾ ਦੇ ਜਾਂ ਰੱਖਿਆ ਗਿਆ ਹੈ, ਕੋਈ ਅਲੰਕਾਰ ਨਹੀਂ। ਇਹ ਗੱਲ ਖਾਲਸਾ ਜੀ ਰਾਜਾ ਉਦੈ ਸਿੰਘ ਨੂੰ ਬੜੀ ਬੁਰੀ ਲੱਗੀ। ਕਵੀ ਸੰਤੋਖ ਸਿੰਘ ਸਾਹਿਬ ਜੀ ਨੂੰ ਰਾਜਾ ਉਦੈ ਸਿੰਘ ਨੇ ਫਿਰ ਇਹ ਬਚਨ ਕੀਤੇ ਕਿ ਤੁਸੀਂ ਇਹਦਾ ਹੰਕਾਰ, ਇਸ ਬ੍ਰਾਹਮਣ ਪੰਡਤ ਦਾ ਹੰਕਾਰ ਤੋੜੋ, ਤੁਸੀਂ ਜਪਜੀ ਸਾਹਿਬ ਦਾ ਜਿਹੜਾ ਵਾ ਉਹ ਟੀਕਾ ਭਾਵ ਅਰਥ ਕਰੋ। ਕਵੀ ਸੰਤੋਖ ਸਿੰਘ ਸਾਹਿਬ ਜੀਆਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾ, ਜਿਹਦਾ ਨਾਮ ਗਰਭਗੰਜਨੀ ਟੀਕਾ ਹੈ, ਖਾਲਸਾ ਜੀ ਇਹ ਜਪਜੀ ਸਾਹਿਬ ਜੀਆਂ ਦੀ ਪਾਵਨ ਬਾਣੀ ਦੇ ਅਰਥ ਲਿਖਣਾ ਕੀਤੇ ਟੀਕਾ ਕੀਤਾ, ਜਿਹਦੇ ਵਿੱਚ ਖਾਲਸਾ ਜੀ ਨੂੰ ਪੜ੍ਹ ਕਰਕੇ ਮਨ ਵਿੱਚ ਸੰਸ਼ਾ ਹੀ ਨਹੀਂ ਰਹਿੰਦਾ ਕਿ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਉਸ ਬ੍ਰਹਮ ਦੀ ਜਣਾਇਕ ਹੈ ਤੇ ਬ੍ਰਹਮ ਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮੇਸ਼ਰ ਦਾ ਸਰੂਪ ਤਿਨਾਂ ਦੇ ਮੁਖਾਰਬਿੰਦ ਤੋਂ ਉਚਰੀ ਹੋਈ ਧੁਰ ਕੀ ਬਾਣੀ ਹੈ। ਇਸ ਦੇ ਬਾਅਦ ਖਾਲਸਾ ਜੀ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਲਿਖਣਾ ਕੀਤਾ ਰਾਜਾ ਉਦੈ ਸਿੰਘ ਦੇ ਉਦਮ ਸਦਕਾ। ਜਦੋਂ ਨਾਨਕ ਪ੍ਰਕਾਸ਼ ਗ੍ਰੰਥ ਜੀ ਦੀ ਕਥਾ ਆਪ ਜੀਆਂ ਪਿੱਛੇ ਸਰਵਣ ਕੀਤੀ ਹੈ, ਇਹ ਗ੍ਰੰਥ ਖਾਲਸਾ ਜੀ ਸੰਪੰਨ ਸੰਪੂਰਨ ਹੋਇਆ। ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਵੀ ਇੱਛਾ ਜ਼ਾਹਰ ਕੀਤੀ ਕਿ ਕਿਉਂ ਨਾ ਜਿਹੜੇ 9 ਪਾਤਸ਼ਾਹੀਆਂ ਦਾ ਇਤਿਹਾਸ ਰਹਿ ਗਿਆ ਹੈ, ਵੀ ਗੁਰੂ ਨਾਨਕ ਪਾਤਸ਼ਾਹ ਦਾ ਤਾਂ ਸੰਪੂਰਨ ਇਤਿਹਾਸ ਲਿਖ ਦਿੱਤਾ ਹੈ, ਜਿਹੜਾ ਪਾਤਸ਼ਾਹੀਆਂ 9 ਪਾਤਸ਼ਾਹੀਆਂ ਦਾ ਪਾਵਨ ਪਵਿੱਤਰ ਇਤਿਹਾਸ ਰਹਿੰਦਾ ਹੈ, ਕਿਉਂ ਨਾ ਵੀ ਇਤਿਹਾਸ ਲਿਖਿਆ ਜਾਵੇ। ਰਾਜਾ ਉਦੈ ਸਿੰਘ ਨੇ ਵੀ ਬੜੀ ਹੱਲਾਸ਼ੇਰੀ ਦਿੱਤੀ ਕਿ ਕਵੀ ਜੀ ਆਪ ਜੀਆਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਬਾ ਕਮਾਲ ਕਾਵ ਰਚਨਾ ਰਚੀ ਹੈ। ਤੋ ਇਸੇ ਪ੍ਰਕਾਰ ਖਾਲਸਾ ਜੀ ਫਿਰ ਕਵੀ ਸੰਤੋਖ ਸਿੰਘ ਸਾਹਿਬ ਜੀ ਜਾਣਦੇ ਸੀ ਵੀ 9 ਪਾਤਸ਼ਾਹੀਆਂ ਦਾ ਇਤਿਹਾਸ ਬਹੁਤ ਵਿਸ਼ਾਲ ਬਣ ਜਾਣਾ ਹੈ,
ਕਿੰਨਾ ਸਮਾਂ, ਪੌਣੇ 200 ਸਾਲ ਦੇ ਕਰੀਬ ਸਮੇਂ ਦਾ ਇਤਿਹਾਸ ਇਕੱਤਰ ਕਰਨਾ, ਫਿਰ ਉਹਨੂੰ ਕਾਵਿ ਰਚਨਾ ਵਿੱਚ ਲਿਖਣਾ, ਕਾਰਜ ਖਾਲਸਾ ਜੀ ਬਹੁਤ ਵੱਡਾ ਸੀ। ਇਹਦੇ ਵਾਸਤੇ ਫਿਰ ਇਤਿਹਾਸ ਕੁਝ ਪ੍ਰਮਾਣ ਚਾਹੀਦੇ ਸਨ, ਕੁਝ ਲਿਖਤਾਂ ਚਾਹੀਦੀਆਂ ਸੀ। ਕਵੀ ਸੰਤੋਖ ਸਿੰਘ ਸਾਹਿਬ ਜੀ, ਸਾਧ ਸੰਗਤ ਜੀ, ਮਹਾਰਾਜਾ ਬਾਬਾ ਆਲਾ ਸਿੰਘ ਦੀ ਰਿਆਸਤ ਵਿੱਚ ਰਹੇ ਸੀ। ਕਵੀ ਜੀ ਜਾਣਦੇ ਸੀਗੇ ਕਿ ਇੱਕ ਵਾਰ ਜਦੋਂ ਖਾਲਸਾ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਸੱਚਖੰਡ ਗਮਨ ਕੀਤਾ, 13 ਸਿੰਘਾਂ ਨੂੰ ਖਾਲਸਾ ਜੀ ਗੁਰੂ ਗਰੀਬ ਨਵਾਜ ਨੇ ਪੰਜਾਬ ਭੇਜਿਆ। ਉਹ 13 ਸਿੰਘ ਬਾਬਾ ਰਾਮ ਕੋਇਰ ਜੀ ਦੇ ਪਾਸ ਖਾਲਸਾ ਜੀ ਦਰਸ਼ਨਾਂ ਵਾਸਤੇ ਆਏ। ਬਾਬਾ ਰਾਮ ਕੋਇਰ ਜੀ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ। ਇਹ ਨਾਣ ਬੇਨਤੀ ਕੀਤੀ 13 ਸਿੰਘਾਂ ਨੇ ਵੀ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਸੁਣਾਓ, ਵਾਹਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਸੁਣਾਓ। ਬਾਬਾ ਰਾਮ ਕੋਇਰ ਜੀ ਖਾਲਸਾ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਰਹੇ। ਬਾਅਦ ਵਿੱਚ ਅੰਮ੍ਰਿਤ ਛਕ ਕੇ ਬਾਬਾ ਗੁਰਬਖਸ਼ ਸਿੰਘ ਨਾਮ ਹੋਇਆ। ਤੋ ਬਾਬਾ ਰਾਮ ਕੋਇਰ ਜੀ ਸਤਿਪੁਰਖਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਪਹਿਲੇ ਇਤਿਹਾਸ ਸੁਣਾਇਆ। ਜਦੋਂ ਸਿੰਘਾਂ ਨੇ ਸੁਣਿਆ, ਕਹਿੰਦੇ ਮਹਾਰਾਜ ਫਿਰ ਹੁਣ 9 ਪਾਤਸ਼ਾਹੀਆਂ ਦਾ ਇਤਿਹਾਸ ਵੀ ਪ੍ਰਾਰੰਭਤਾ ਤੋਂ ਸੁਣਾ ਦਿਓ। ਬਾਬਾ ਰਾਮ ਕੋਇਰ ਜੀਆਂ ਨੇ ਖਾਲਸਾ ਜੀ ਫਿਰ ਇਹਨਾਂ ਸਿੰਘਾਂ ਨੂੰ, ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਤੋਂ ਲੈ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਜੋਤੀ ਜੋਤ ਸਮਾਵਣੇ ਤੀਕਰ ਇਤਿਹਾਸ ਸੁਣਾਇਆ। 10ਵੇਂ ਪਾਤਸ਼ਾਹ ਦਾ ਸੁਣਾ ਦਿੱਤਾ ਸੀ ਪਹਿਲੇ। ਬਾਬਾ ਰਾਮ ਕੋਇਰ ਜੀਆਂ ਦੇ ਸੁਣਾਏ ਹੋਏ ਇਤਿਹਾਸ ਨੂੰ ਖਾਲਸਾ ਜੀ ਉੱਥੇ ਇੱਕ ਭਾਈ ਸਾਹਿਬ ਸਿੰਘ ਨਾਮੇ ਸਿੱਖ ਲਿਖਦਾ ਸੀ। ਜਿਵੇਂ ਆ ਬਾਬੇ ਬਾਲਾ, ਬਾਬਾ ਮਰਦਾਨਾ ਵਾਲੀ, ਬਾਬਾ ਬਾਲਾ ਜੀਆਂ ਦੀ ਉਹ ਜਿਹੜੀ ਪੁਰਾਤਨ ਜਨਮ ਸਾਖੀ ਹੈ, ਪੈੜੇ ਮੁਖੇ ਖੱਤਰੀ ਨੇ ਲਿਖਣਾ ਕੀਤੀ। ਇਸੇ ਤਰ੍ਹਾਂ ਹੀ ਜਿਹੜਾ ਇਤਿਹਾਸ ਬਾਬਾ ਰਾਮ ਕੋਇਰ ਜੀਆਂ ਸੁਣਾਇਆ, ਉਹ ਸਾਰਾ ਇਤਿਹਾਸ ਖਾਲਸਾ ਜੀ ਭਾਈ ਸਾਹਿਬ ਸਿੰਘ ਜੀਆਂ ਲਿਖਿਆ। ਇਸੇ ਪ੍ਰਕਾਰ ਫਿਰ ਕਵੀ ਸੰਤੋਖ ਸਿੰਘ ਜੀ ਜਾਣਦੇ ਸੀਗੇ ਬਾਬਾ ਆਲਾ ਸਿੰਘ ਜੀਆਂ ਦੀ, ਜਿਹੜੀ ਖਾਲਸਾ ਜੀ ਇਹ ਪਟਿਆਲੇ ਵਾਲੇ ਮਹਾਰਾਜਾ ਬਾਬਾ ਆਲਾ ਸਿੰਘ ਜੀ, ਇਹਨਾਂ ਦੀ ਸੁਪੁੱਤਰੀ ਬੀਬੀ ਪ੍ਰਧਾਨ ਕੌਰ ਬਰਨਾਲੇ ਵਿਆਹੀ ਸੀ ਬਾਬਾ ਰਾਮ ਕੋਇਰ ਜੀਆਂ ਦੀ ਅੰਸ਼ ਬੰਸ ਅੰਦਰ, ਉਹਨਾਂ ਦੇ ਪੋਤਰੇ ਭਾਈ ਮੋਹਰ ਸਿੰਘ ਦੇ ਨਾਲ। ਕਵੀ ਸੰਤੋਖ ਸਿੰਘ ਜੀ ਪਟਿਆਲੇ ਰਹਿ ਕੇ ਆਏ ਸੀ। ਇਹ ਜਾਣਦੇ ਸੀਗੇ ਵੀ ਉਹਨਾਂ ਦੇ ਪਾਸ ਉਹ ਬਾਬਾ ਰਾਮ ਕੋਇਰ ਜੀਆਂ ਵਾਲੀ ਜਿਹੜੀ ਲਿਖਾਈ ਹੋਈ ਕਹਿ ਲਓ, ਜਾਂ ਬਾਬਾ ਰਾਮ ਕੋਇਰ ਜੀਆਂ ਦਾ ਸੁਣਾਇਆ ਸਾਰਾ ਇਤਿਹਾਸ 10 ਪਾਤਸ਼ਾਹੀਆਂ ਦਾ ਜਿਹੜਾ ਭਾਈ ਸਾਹਿਬ ਸਿੰਘ ਨੇ ਲਿਖਿਆ, ਉਹ ਬੀਬੀ ਪ੍ਰਧਾਨ ਕੌਰ ਦੇ ਪਾਸ ਪਿਆ ਹੈ, ਜਿਹੜੇ ਬਾਬਾ ਰਾਮ ਕੌਰ ਦੇ ਅੰਸ਼ ਬੰਸ ਵਿੱਚੋਂ ਪੋਤੇ ਨਾਲ ਵਿਆਹੇ ਹੋਏ ਸੀ ਬਰਨਾਲੇ। ਉਹ ਅਜੇ ਮਹਿਲ ਹੈ ਉਹ ਮਾਤਾ ਪ੍ਰਧਾਨ ਕੌਰ ਦਾ। ਇਧਰ ਬੀਬੀ ਪ੍ਰਧਾਨ ਕੌਰ ਸਨ ਖਾਲਸਾ ਜੀ ਜਿਹੜੇ, ਇਹ ਬੀਬੀ ਬਹੁਤ ਵਿਦਵਾਨ ਸੀ। ਇਹਦਾ ਪਤੀ ਜਦ ਚੜ੍ਹਾਈ ਕਰ ਗਿਆ, ਇਹ ਬੀਬੀ ਨੇ ਫਿਰ ਸਾਰਾ ਸਮਾਂ ਖਾਲਸਾ ਜੀ ਸਿੱਖ ਪੰਥ ਦੇ ਪੜ੍ਹਨ ਵਿੱਚ, ਇਤਿਹਾਸ ਨੂੰ ਗੁਰਬਾਣੀ ਅੰਦਰ ਲਾਇਆ। ਬਰਨਾਲੇ ਬਾਬਾ ਮਹਾਤਮਾ ਇੱਕ ਹੋਏ ਆ ਬਾਬਾ ਗੰਗਾ ਸਿੰਘ ਜੀ, ਉਸ ਮਹਾਤਮਾ ਦੇ ਪਾਸ ਖਾਲਸਾ ਜੀ ਇਹ ਫਿਰ ਮਾਈ ਨੇ ਸਾਰਾ ਜਿਹੜੀ ਬੜੀ ਵਿਦਵਤਾ ਹਾਸਲ ਕੀਤੀ। ਇਹ ਉਹ ਮਹਾਂਪੁਰਸ਼ ਹੈ ਜਿਨ੍ਹਾਂ ਤੋਂ ਗਿਆਨੀ ਗਿਆਨ ਸਿੰਘ ਜੀ ਪੜ੍ਹ ਕੇ ਬੜੇ ਵਿਦਵਾਨ ਬਣੇ। ਇਸੇ ਪ੍ਰਕਾਰ ਫਿਰ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਆਖਿਆ ਮਹਾਰਾਜਾ ਉਦੈ ਸਿੰਘ ਕੈਂਥਲ ਵਾਲੇ ਰਾਜੇ ਨੂੰ ਵੀ ਮੈਨੂੰ ਤਾਂ ਉਹ ਪਟਿਆਲੇ ਵਾਲੀ ਰਿਆਸਤ ਤੋਂ ਇਤਿਹਾਸ ਪ੍ਰਾਪਤ ਹੋਣ ਨਾ ਰਿਹਾ, ਰਾਜੇ ਦੀ ਗੱਲ ਰਾਜੇ ਮੋੜਦੇ ਨਹੀਂ। ਇਸ ਕਰਕੇ ਇਹ ਮਹਾਰਾਜਾ ਉਦੈ ਸਿੰਘ ਜੀ, ਤੁਸੀਂ ਪਟਿਆਲੇ ਵਾਲੇ ਮਹਾਰਾਜੇ ਨੂੰ ਆਖੋ ਕਿ ਉਹ ਸਾਰਾ ਇਤਿਹਾਸ ਜਿਹੜਾ ਉਹਨਾਂ ਦੇ ਸੁਪੁੱਤਰੀ ਦੇ ਪਾਸ ਬੀਬੀ ਪ੍ਰਧਾਨ ਕੌਰ ਦੇ ਪਾਸ ਹੈ, ਉਹ ਕਵੀ ਸੰਤੋਖ ਸਿੰਘ ਨੂੰ ਦੇ ਦਈਏ, ਵੀ ਉਹ ਸਾਰੇ ਇਤਿਹਾਸ ਨੂੰ ਛੰਦਾਬੰਦੀ ਅੰਦਰ ਦਰਜ ਕਰਕੇ ਬੜਾ ਮਹਾਨ ਭਾਰੀ ਗ੍ਰੰਥ ਲਿਖਣਾ ਚਾਹੁੰਦੇ, ਇੱਛਾ ਕਰਦੇ। ਇਸ ਕਰਕੇ ਸਾਧ ਸੰਗਤ ਜੀਓ,
ਰਾਜਾ ਉਦੈ ਸਿੰਘ ਨੇ ਫਿਰ ਇਹ ਸਿਫਾਰਿਸ਼ ਕੀਤੀ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਮਹਾਰਾਜੇ ਦੇ ਤਾਈਂ ਵੀ ਜਿਹੜਾ ਤੁਹਾਡੇ ਪਰਿਵਾਰ ਦੇ ਪਾਸ ਇਤਿਹਾਸ ਹੈ ਉਹ ਸਾਰਾ ਜਿਹੜਾ ਵੈ ਤੁਸੀਂ ਕਿਰਪਾ ਕਰੋ ਆਪਾਂ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਦੇ ਦਈਏ ਤਾਂ ਕਿ ਇਹ ਸਾਰਾ ਇਤਿਹਾਸ ਜਿਹੜਾ ਵਾ ਕਲਮਬੱਧ ਕਰ ਦੇਣ ਲੜੀ ਵਾਹਿਗੁਰੂ ਛੰਦਾਬੰਦੀ ਅੰਦਰ ਉਹ ਗ੍ਰੰਥ ਰਚ ਦੇਣ। ਕਿਉਂਕਿ ਉਹਨਾਂ ਪਹਿਲਾਂ ਵੀ ਇੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵਡਿਆਈ ਦਾ ਨਾਨਕ ਪ੍ਰਕਾਸ਼ ਗ੍ਰੰਥ ਬਾ ਕਮਾਲ ਲਿਖਿਆ ਹੈ। ਚਲੋ ਰਾਜਾ ਉਦੈ ਸਿੰਘ ਦਾ ਬਚਨ ਮੰਨ ਕਰਕੇ ਬਾਬਾ ਆਲਾ ਸਿੰਘ ਨੇ ਬੀਬੀ ਪ੍ਰਧਾਨ ਕੌਰ ਤਾਈਂ ਇਹ ਗੱਲ ਪਹੁੰਚਾਈ ਕਿ ਇਹ ਸਾਰਾ ਇਤਿਹਾਸ ਜਿਹੜਾ ਵਾ ਆਪਾਂ ਰਾਜਾ ਉਦੈ ਸਿੰਘ ਦੀ ਰਿਆਸਤ ਵਿੱਚ ਇੱਕ ਮਹਾਨ ਕਵੀ ਸੰਤੋਖ ਸਿੰਘ ਰਹਿੰਦੇ ਆ, ਉਹ ਇਤਿਹਾਸ ਨੂੰ ਲਿਖਣਾ ਚਾਹੁੰਦੇ ਆ ਸਾਰੇ ਨੂੰ ਛੰਦਾਬੰਦੀ ਅੰਦਰ। ਉਹ ਬੀਬੀ ਨੇ ਖਾਲਸਾ ਜੀ ਬੜੀ ਸ਼ਰਧਾ ਵਾਲੀ ਸੀ, ਬੀਬੀ ਪ੍ਰਧਾਨ ਕੌਰ, ਉਹਨੇ ਆਪਦੇ ਵੱਡੇ ਭਾਗ ਜਾਣੇ ਤੇ ਇਹ ਸਾਰਾ ਇਤਿਹਾਸ ਰਾਜਾ ਉਦੈ ਸਿੰਘ ਦੇ ਸਪੁਰਦ ਕੀਤਾ। ਮਹਾਰਾਜਾ ਉਦੈ ਸਿੰਘ ਨੇ ਖਾਲਸਾ ਜੀ ਸਾਰੇ ਦਾ ਸਾਰਾ ਇਤਿਹਾਸ ਜਿਹੜਾ ਹੈ ਉਹ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦੇ ਸਪੁਰਦ ਕਰ ਦਿੱਤਾ ਵੀ ਇਹ ਸਾਰਾ ਗ੍ਰੰਥ ਤੁਸੀਂ ਭਾਈ ਲਿਖ ਲਓ। ਉਸ ਖਾਲਸਾ ਜੀ ਇਤਿਹਾਸ ਲਿਖੇ ਹੋਏ ਨੂੰ ਸਰਲ ਨੂੰ ਛੰਦਾਬੰਦੀ ਅੰਦਰ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦਰਜ ਕੀਤਾ, ਜਿਹਦਾ ਗੁਰੂ ਜਾਂ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜੀ ਦੀ ਕਥਾ ਅੱਜ ਆਰੰਭ ਹੋ ਰਹੀ ਹੈ। ਇਹ ਸਾਰਾ ਇਤਿਹਾਸ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਉਹ ਇਤਿਹਾਸ ਹੈ ਜਿਹੜਾ ਖਾਲਸਾ ਜੀ ਬਾਬਾ ਰਾਮ ਕੋਇਰ ਜੀਆਂ ਨੇ 13 ਸਿੰਘਾਂ ਨੂੰ ਸੁਣਾਇਆ, ਭਾਈ ਸਾਹਿਬ ਸਿੰਘ ਜੀਆਂ ਲਿਖਿਆ। ਉਸੇ ਕੁੱਲ ਵਿੱਚ ਪਟਿਆਲੇ ਵਾਲੀ ਰਿਆਸਤ ਮਹਾਰਾਜਾ ਆਲਾ ਸਿੰਘ ਦੀ ਸਪੁੱਤਰੀ ਬੀਬੀ ਪ੍ਰਧਾਨ ਕੌਰ ਦਾ ਆਨੰਦ ਕਾਰਜ ਹੋਣਾ। ਬੀਬੀ ਪ੍ਰਧਾਨ ਕੌਰ ਤੋਂ ਖਾਲਸਾ ਜੀ ਇਹ ਸਾਰਾ ਇਤਿਹਾਸ ਮਹਾਰਾਜਾ ਉਦੈ ਸਿੰਘ ਦੇ ਜਰੀਏ ਭਾਈ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦੇ ਪਾਸ ਆਉਣਾ। ਇਹ ਸਾਧ ਸੰਗਤ ਜੀ ਸਾਫ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਇੱਥੇ ਦਿਸਦੀ ਵੈ। ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਥਾਂ ਥਾਂ ਤੇ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਲਿਖਿਆ ਹੈ। ਮੰਗਲਾਂ ਅੰਦਰ ਵੀ ਦੂਸਰੀ ਪੋਥੀ ਵਿੱਚ ਜ਼ਿਕਰ ਆਉਂਦਾ ਕਿ ਮਹਾਰਾਜ ਕਬ ਆਇਓ ਹੈ ਸ਼ਰਨ ਗਹਿ ਧਾਇ ਕਾ ਚਰਨ ਗੁਰੂ ਤਾਰਨ ਤਰਨ ਨਿਜ ਹਾਥ ਦੇ ਬਚਾਈਏ। ਵੀ ਮਹਾਰਾਜ ਮੈਂ ਤਾਂ ਅਣਜਾਣ ਹਾਂ, ਮੈਂ ਇਤਿਹਾਸ ਲਿਖ ਨਹੀਂ ਸਕਦਾ। ਗੁਰੂ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਹੀ ਦਇਆ ਕਰੋ। 72 ਵਾਰ ਖਾਲਸਾ ਜੀ ਪ੍ਰਤੱਖ ਦਰਸ਼ਨ ਹੋਏ ਸੀ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ। ਇਸ ਪ੍ਰਕਾਰ ਖਾਲਸਾ ਜੀ ਇਹ ਪਾਵਨ ਪਵਿੱਤਰ ਗ੍ਰੰਥ ਦੀ ਆਰੰਭਤਾ ਹੋਈ। ਇਹ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਇੱਥੋਂ ਪ੍ਰਾਰੰਭ ਹੋਵੇਗਾ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਇਆ ਕਰਨਾ ਪਰ ਰਲ ਮਿਲ ਕਰਕੇ ਖਾਲਸਾ ਜੀ ਬੁੱਧੀ ਥੋੜੀ ਵਾ। ਸੱਚੇ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਖਾਲਸਾ ਜੀ ਵਿਸ਼ਾਲ ਸਾਗਰ ਹੈ ਤੇ ਬੁੱਧੀ ਸਾਧ ਸੰਗ ਜੀ ਸਿੱਪੀ ਵਰਗੀ ਵੀ ਨਹੀਂ। ਪਰ ਗੁਰੂ ਗਰੀਬ ਨਵਾਜ ਮਹਾਰਾਜ ਕਿਰਪਾ ਕਰਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਗੁਰੂ ਗਰੀਬ ਨਵਾਜ ਬੁੱਧੀ ਤੁਛ ਹੈ ਜਿਹਵਾ ਏਕ ਕਵਣ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੁਰੰਤ ਨ ਕਿਨਹੀ ਲਹੀਐ। ਪਰ ਫੇਰ ਵੀ ਮਹਾਰਾਜ ਆਪ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਹੋ ਕਿਰਪਾ ਕਰਨੀ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਹੀ ਗੁਰੂ ਗਰੀਬ ਨਵਾਜ ਰਸਨਾ ਤੇ ਵਸ ਇਹ ਪਾਵਨ ਪਵਿੱਤਰ ਗਾਥਾ ਅੰਮ੍ਰਿਤ ਰੂਪ ਕਰਵਾ ਲੈਣੀ ਗੁਰੂ ਗਰੀਬ ਨਵਾਜ। ਇਹ ਸਾਧ ਸੰਗਤ ਜੀ ਸਾਰੇ ਗ੍ਰੰਥ ਦੀ ਉਥਾਨਕਾ ਹੈ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਆਪਾਂ ਰਲ ਮਿਲ ਕਰਕੇ ਖਾਲਸਾ ਜੀ ਇਹ ਗੁਰੂ ਕੇ ਪਾਵਨ ਪਵਿੱਤਰ ਅੰਮ੍ਰਿਤ ਨੂੰ ਕੰਨਾਂ ਰੂਪੀ ਡੋਨਿਆਂ ਦੇ ਨਾਲ ਛਕ ਕਰਕੇ ਆਪਣਾ ਜੀਵਨ ਸਫਲਾ ਕਰੀਏ। ਮਨ ਚਿਤ ਬਿਰਤੀਆਂ ਇਕਾਗਰ ਕਰੋ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨੀ ਹਾਜ਼ਰੀ ਲਵਾਉਂਦਿਆਂ ਹੋਇਆਂ ਸਭ ਸੰਗਤ ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੋ ਇਸ ਪ੍ਰਕਾਰ ਕਵੀ ਜੀ ਇੱਥੇ ਖਾਲਸਾ ਜੀ
ਵਸਤੂ ਨਿਰਦੇਸ਼ਕ ਮੰਗਲ ਕਰਦੇ ਹੈ। ਵਿਦਵਾਨ ਲੋਕਾਂ ਖਾਲਸਾ ਜੀ ਮੰਗਲ ਵਸਤੂ ਨਿਰਦੇਸ਼ਕ ਮੰਗਲ, ਜਿਹਦੇ ਵਿੱਚ ਇਸ਼ਟ ਦੇਵ ਦੀ ਜਿਹੜੀ ਵੈ ਉਹ ਨਿਰਣੇ ਸਹਿਤ ਜਸ ਕੀਤਾ ਜਾਂਦਾ ਹੈ। ਫਿਰ ਸਾਧ ਸੰਗਤ ਜੀ ਆਸ਼ੀਰਵਾਦ ਆਤਮਕ ਮੰਗਲ ਹੈ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਨਮਸਕਾਰ ਆਤਮਕ ਮੰਗਲ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਜਿਵੇਂ ਜਾਪ ਸਾਹਿਬ ਦੀ ਪਾਵਨ ਬਾਣੀ ਹੈ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ ਨਮਸਤੰ ਅਨੂਪੇ, ਨਮਸਤੰ ਅਪੇਖੇ ਨਮਸਤੰ ਅਲੇਖੇ। ਇਹ ਖਾਲਸਾ ਜੀ ਜਿਹੜਾ ਹੈ ਇਹ ਨਮਸਕਾਰ ਆਤਮਕ ਮੰਗਲ ਹੈ। ਇੱਕ ਆਤਮਕ ਚਿੰਤਨ ਮੰਗਲ ਵੀ ਮੰਨਿਆ ਜਾਂਦਾ ਹੈ। ਜਿਸ ਪ੍ਰਕਾਰ ਆਪਣੀ ਆਤਮਾ ਨੂੰ ਹੀ ਪਰਮੇਸ਼ਰ ਦਾ ਮਨ, ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸ ਪ੍ਰਕਾਰ ਸਾਧ ਸੰਗਤ ਜੀ ਇੱਥੇ ਕਵੀ ਜੀ ਵਸਤੂ ਨਿਰਦੇਸ਼ਕ ਮੰਗਲ ਕਰ ਰਹੇ ਵੈ। ਇੱਕ ਅਦੁੱਤੀ ਜਿਹਦੇ ਸਦਸ ਦੂਜਾ ਕੋਈ ਨਹੀਂ, ਤੁਧ ਬਿਨ ਦੂਜਾ ਨਾਹੀ ਕੋਈ, ਦੂਸਰ ਹੋਏ ਤਾਂ ਸੋਝੀ ਪਾਏ। ਓਅੰਕਾਰ ਖਾਲਸਾ ਜੀ ਸਮੂਹ ਦਾ ਪ੍ਰਕਾਸ਼ਕ ਹੈ, ਧੁਨ ਹੈ। ਜਿੰਨਾ ਪਸਾਰਾ ਦਿਸਦਾ ਸਭ ਓਅੰਕਾਰ ਦਾ ਹੀ ਕੀਤਾ ਹੋਇਆ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਪਏ, ਓਅੰਕਾਰ ਵੇਦ ਨਿਰਮਏ। ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਉਹ ਅਕਾਲ ਪੁਰਖ ਇੱਕ ਹੈ, ਸਮੂਹ ਦਾ ਪ੍ਰਕਾਸ਼ ਕੈਸੇ ਦਇਆ ਨਿਧ। ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਸੱਚੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੀ ਕੋਈ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ। ਆਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪ੍ਰਥਮ ਰਾਸ ਲਿਖਿਆ ਤੇ। ਇਸ ਪ੍ਰਕਾਰ ਕਵੀ ਜੀ ਅੱਗੇ ਲਿਖਦੇ ਵੈ ਅਥ ਕਹੀਏ ਹੁਣ। ਅਥ ਦਾ ਇੱਕ ਹੋਰ ਅਰਥ ਵੀ ਹੈ ਜਿਹਨੂੰ ਉਪਰੰਤ ਕਹਿ ਦਿੰਦੇ ਹੈ। ਉਪਰੰਤ ਵੀ ਇੱਥੇ ਅਰਥ ਪੂਰਾ ਢੁਕਦਾ। ਅਥ ਹੁਣ ਸ਼੍ਰੋਮਣੀ ਗ੍ਰੰਥ, ਜਿਹਦੇ ਵਿੱਚ ਸਤਿਗੁਰਾਂ ਦਾ ਪ੍ਰਤਾਪ ਕਿਵੇਂ ਹੈ, ਜਸ ਪ੍ਰਤਾਪ ਸੂਰਜ ਵਾਂਗ। ਜਿਵੇਂ ਸੂਰਜ ਦਾ ਪ੍ਰਤਾਪ ਤੇਜ ਕਿਰਨਾ ਉਵੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵਡਿਆਈ ਇਸ ਗ੍ਰੰਥ ਅੰਦਰ। ਗੁਰੂ ਜੀ ਸੂਰਜ ਹੈ, ਜਸ ਵਡਿਆਈ ਕਿਰਨਾਂ ਹਨ, ਪ੍ਰਤਾਪ ਹਨ। ਇਹ ਗ੍ਰੰਥ ਹੈ। ਅਥ ਦਾ ਦੂਸਰਾ ਅਰਥ ਖਾਲਸਾ ਜੀ ਜਿਵੇਂ ਉਪਰੰਤ ਹੈ। ਨਾਨਕ ਪ੍ਰਕਾਸ਼ ਗ੍ਰੰਥ ਕਵੀ ਜੀ ਕਹਿੰਦੇ ਅਸੀਂ ਲਿਖਿਆ, ਸਤਿਗੁਰਾਂ ਲਿਖਵਾਇਆ। ਅਥ ਕਹੀਏ ਉਪਰੰਤ, ਨਾਨਕ ਪ੍ਰਕਾਸ਼ ਗ੍ਰੰਥ ਤੋਂ ਉਪਰੰਤ ਸ਼੍ਰੋਮਣੀ ਜਾਂ ਸ਼੍ਰੋਮਣੀ ਸਤਿਗੁਰਾਂ ਦੀ ਇਹ ਸ਼੍ਰੀ ਮਾਇਆ ਦੇ ਪਤੀ ਸਤਿਗੁਰਾਂ ਦੀ ਇਹ ਵਡਿਆਈ ਹੈ, ਇਹ ਪ੍ਰਤਾਪ ਹੈ। ਸਤਿਗੁਰੂ ਸੂਰਜਵਤ ਹਨ। ਸਤਿਗੁਰਾਂ ਦੀ ਵਡਿਆਈ ਦਾ ਸੂਰਜ ਦੇ ਪ੍ਰਤਾਪ ਵਾਂਗ ਇਹ ਗ੍ਰੰਥ ਪ੍ਰਥਮ ਰਾਸ ਲਿਖੇ ਅਤੇ ਇਸ ਗ੍ਰੰਥ ਦੀ ਪ੍ਰਥਮ ਪਹਿਲੀ ਰਾਸ ਲਿਖੀ। ਅਤੇ ਜਿਵੇਂ ਸਾਧ ਸੰਗਤ ਜੀ 27 ਨਛੱਤਰ ਮੰਨੇ ਹੈ, 2.25 ਨਛੱਤਰਾਂ ਦੀ ਸਾਧ ਸੰਗਤ ਜੀ ਇੱਕ ਰਾਸ ਮੰਨਦੇ ਵੈ। 4 ਵਰਨਾਂ ਦਾ ਇੱਕ ਨਛੱਤਰ ਹੁੰਦਾ। 12 ਰਾਸਾਂ ਮੰਨੀਆਂ ਹਨ, 12 ਮਹੀਨੇ ਵੈ। ਸੂਰਜ ਦੀਆਂ ਜਿਵੇਂ 12 ਰਾਸਾਂ ਮੰਨੀਆਂ, ਇਹ ਸੂਰਜ ਪ੍ਰਤਾਪ ਗ੍ਰੰਥ ਹੈ। ਇਹਦੀਆਂ 12 ਰਾਸਾਂ, ਜਿਵੇਂ ਸੂਰਜ ਦੀਆਂ ਰਾਸਾਂ ਉਸੇ ਪ੍ਰਕਾਰ ਇਹਦੀਆਂ ਰਾਸਾਂ ਹਨ। 6 ਰੁੱਤਾਂ 12 ਰਾਸਾਂ ਹੈ। ਕਵੀ ਜੀ ਕਹਿੰਦੇ ਪਹਿਲੀ ਰਾਸ ਭਾਈ ਅਸੀਂ ਲਿਖਿਆ ਤੇ ਲਿਖ ਰਹੇ ਹਾਂ। ਦੋਹਰਾ ਤੀਨੋ ਕਾਲ ਸੋ ਅਚਲ ਰਹੈ, ਅਲੰਬ ਸਕਲ ਜਗ ਜਾਲ। ਕਵੀ ਜੀ ਇੱਥੇ ਸਾਧ ਸੰਗਤ ਦੀ ਮੰਗਲ ਰੂਪ ਦੋਹਰਾ ਕਰ ਰਹੇ ਵੈ। ਤਿੰਨੇ ਕਾਲ ਹੀ ਜਿਹੜਾ ਉਹ ਪਰਮੇਸ਼ਰ ਅਚਲ ਚਲਾਇਮਾਨ ਤੋਂ ਰਹਿਤ ਹੈ, ਸਦਾ ਥਿਰ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। 3 ਕਾਲ ਖਾਲਸਾ ਜੀ ਉਹ ਕੀ ਹੈ? ਭੂਤ ਕਾਲ ਹੈ ਪਹਿਲਾਂ, ਪਰਮੇਸ਼ਰ ਪਹਿਲਾਂ ਵੀ ਸੀ, ਵਰਤਮਾਨ ਸਮਾਂ ਹੁਣ ਵੀ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ।
ਤੇ ਆਉਣ ਵਾਲੇ ਸਮੇਂ ਵਿੱਚ ਖਾਲਸਾ ਜੀ ਕਹੀਏ ਭਵਿੱਖ ਵਿੱਚ ਵੀ ਹੋਵੇਗਾ। ਨਾਨਕ ਹੋਸੀ ਭੀ ਸੱਚ, ਤ੍ਰੈ ਕਾਲ ਆਬਾਦ ਸਰੂਪ ਹੈ, ਚਲਾਏ ਮਾਨ ਤੋਂ ਰਹਿਤ ਹੈ। ਫਿਰ ਜੱਗ ਵਿੱਚ ਜਿੰਨੇ ਜੱਗ ਦੇ ਜਾਲ ਬੰਧਣੇ ਆ, ਉਹਨਾਂ ਤੋਂ ਛੁੱਟਣ ਵਾਸਤੇ, ਸਕਲ ਸਾਰੇ ਸੰਸਾਰ ਦੇ ਜਾਲ ਤੋਂ ਛੁੱਟਣ ਵਾਸਤੇ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਤਿੰਨੇ ਸਮੇਂ ਅਚਲ ਹੈ, ਚਲਾਏ ਮਾਨ ਤੋਂ ਰਹਿਤ, ਕੂਟਸਥ ਹੈ, ਉਹ ਪਰਮੇਸ਼ਰ ਹੀ ਆਸਰਾ ਹੈ ਜੀਵਾਂ ਦਾ, ਜਿਨੇ ਭਾਈ ਸੰਸਾਰ ਦੇ ਜਾਲ ਤੋਂ ਛੁੱਟਣਾ ਹੈ, ਬੰਧਨਾਂ ਤੋਂ ਛੁੱਟਣਾ ਹੈ। ਉਹ ਉਸ ਅਕਾਲ ਪੁਰਖ ਪਰਮੇਸ਼ਰ ਜਿਹੜਾ ਅਚਲ ਕੂਟਸਥ ਹੈ, ਉਹਦਾ ਭਾਈ ਅਲੰਬ ਕਹੀਏ ਆਸਰਾ ਤੱਕਣਾ ਕਰੇ। ਜਾਲ ਕਾਲ ਲਖ ਮੁਚਤ ਜਿਸ, ਕਰਤਾ ਪੁਰਖ ਅਕਾਲ। ਤੋ ਇਸ ਪ੍ਰਕਾਰ ਫਿਰ ਕਵੀ ਜੀ ਅੱਗੇ ਦੱਸਦੇ ਵੈ, ਇਹਦਾ ਇਉਂ ਅਰਥ ਕਰਨਾ, ਜਿਸ ਕਰਤਾ ਪੁਰਖ ਅਕਾਲ, ਜਾਲ ਕਾਲ ਲਖ ਮੁਚਤ, ਜਾਂ ਜਿਸ ਕਰਤਾ ਪੁਰਖ ਅਕਾਲ ਲਖ, ਜਾ ਕਾਲ ਜਾਲ ਮੁਚਤ। ਅਨਵੇ ਕਰਕੇ ਅਰਥ ਕਰੀਏ ਕਿ ਜਿਸ ਕਰਤਾ ਪੁਰਖ ਅਕਾਲ ਪੁਰਖ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੁਰ ਨਗਰਾਂ ਨਗਰਾਂ ਸ਼ਹਿਰਾਂ ਸ਼ਹਿਰਾਂ ਵਿੱਚ ਖੈ ਵਿਆਪਕ ਹੈ, ਪੋ ਨਰਕ ਨੂੰ ਕਹਿੰਦੇ ਵਾ, ਨਰਕਾਂ ਵਿੱਚ ਜਿਹੜਾ ਰੱਖ ਰੱਖਿਆ ਕਰਨ ਵਾਲਾ ਹੈ, ਕਾਲ ਸਮੇਂ ਤੋਂ ਉਹ ਆਪਰੇ ਹੈ, ਅਕਾਲ ਹੈ। ਉਹ ਕੀ ਵੈ, ਜਦੋਂ ਲੱਖ ਜਾਣ ਲਈਏ, ਜੇ ਜੋ ਜਾਣ ਲੈਂਦਾ ਵੈ, ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਦੇ ਕਹੀਏ ਕਾਲ ਮੌਤ ਰੂਪੀ ਜਿੰਨੇ ਜਾਲ, ਜਾਂ ਮੌਤ ਰੂਪੀ ਜਿਹੜਾ ਜਾਲ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਹੜਾ ਜੰਮਣ ਮਰਨ ਦੀ ਫਾਹੀ ਜਾਲ ਪਿਆ ਹੋਇਆ, ਮੁਚਤ ਕਹੀਏ ਕੱਟਿਆ ਜਾਂਦਾ ਹੈ। ਉਹ ਪਰਮੇਸ਼ਰ ਨੂੰ ਜਾਣਨ ਦੇ ਨਾਲ ਹੀ ਸਭ ਜੁੜੇ ਵੈ ਬੰਧਨ ਕੱਟੇ ਜਾਂਦੇ ਆ। ਮੌਤ ਦਾ ਬੰਧਨ ਵਿਸ਼ੇਸ਼ ਕਰਕੇ ਜੰਮਣ ਮਰਨ ਤੋਂ ਰਹਿਤ ਕਰ ਦਿੰਦਾ ਹੈ। ਐਸਾ ਉਹ ਦਇਆ ਦਾ ਸਮੁੰਦਰ ਪਰਮੇਸ਼ਰ ਹੈ। ਇਹੋ ਜਿਹੇ ਦਾਤੇ ਪਰਮੇਸ਼ਰ ਨੂੰ ਭਾਈ ਸਾਡੀ ਨਮਸਕਾਰ ਹੈ। ਇਸ ਪ੍ਰਕਾਰ ਇਹ ਗੁਰੂ ਗਰੀਬ ਨਵਾਜ ਦੀ ਮਹਿਮਾ ਵਡਿਆਈ ਕਵੀ ਜੀਆਂ ਕੀਤੀ ਹੈ। ਜਿਵੇਂ ਸਾਧ ਸੰਗਤ ਜੀਓ, ਕਰਤਾ ਪੁਰਖ ਅਕਾਲ, ਇੱਥੇ ਜਿਹੜਾ ਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਪਰਮੇਸ਼ਰ ਜਿਹੜਾ ਅਚਲ ਚਲਾਏ ਮਾਨ ਤੋਂ ਰਹਿਤ, ਤ੍ਰੈ ਕਾਲ ਆਬਾਦ ਸਰੂਪ ਹੈ। ਅਕਾਲ ਪੁਰਖ ਪਰਮੇਸ਼ਰ ਦਾ ਸਾਧ ਸੰਗਤ ਜੀ ਇਸ਼ਟ ਦੇਵ ਦਾ ਨਿਰਣੇ ਸਹਿਤ ਜਸ ਰੂਪ ਮੰਗਲ ਆਪ ਜੀਆਂ ਸ਼ਰਵਣ ਕੀਤਾ। ਬਾਕੀ ਦੀ ਕਥਾ ਨਿਤਾ ਪ੍ਰਤੀ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਮਿਹਰਾਮਤ ਕਰਨਗੇ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਅੱਗੇ ਅੱਗੇ ਖਾਲਸਾ ਜੀ ਤਿਵੇਂ 5 ਵਜੇ ਤੋਂ ਲੈ ਕਰਕੇ 6 ਵਜੇ ਤੀਕਰ ਨਿਤਾ ਪ੍ਰਤੀ ਭਾਈ ਆਪ ਹਾਜ਼ਰੀਆਂ ਭਰ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇੱਥੇ ਭਾਈ ਇੱਕ ਵਾਰੀ ਇਹ ਇੱਕ ਮੰਗਲ ਆਪ ਜੀਆਂ ਸ਼ਰਵਣ ਕੀਤਾ, ਵਿਸ਼ਰਾਮ ਦਈਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਕੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਤੀਨੋ ਕਾਲ ਸੋ ਅਚਲ ਰਹੈ, ਅਲੰਬ ਸਕਲ ਜਗ ਜਾਲ। ਜਾਲ ਕਾਲ ਲਖ ਮੁਚਤ, ਜਿਸ ਕਰਤਾ ਪੁਰਖ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸ रो, मैं निर्गुण गुण नहीं को।
ਪਰੋਏ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰੇ ਉਤਾਰਨ ਹਾਰ। ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।